रुख करदा महेशचंद्र गरेवाल जी का। गरेवाल साहब सीधियां उंगलां उठ रही ने। कालिया साहब ने जिक्र कर दिता कि 4 महीने दे विच सरकार ने की किया, पर देखो सवाल तो सीधे उठणगे जिन्हां दियां सरकारां रहीआं ने कि सिस्टम अजिहा बन गया साडा कि जेकर असीं कोई चीज़ खरीदनी है सरकारी हस्पताल दे लई, हस्पताल जिथे सेहत सहूलतां बहुत जरूरी हुंदियां ने, बहुत जल्दी होना चाहिए काम, तो उत्थे 9-9 महीने लग जाते हैं। तो यह सिस्टम 4 महीनों तो बनया नहीं होएगा। गरेवाल साहब, एक उंगल तुहाडे वाले पासे भी जाती है जिन्होंने 10 साल सत्ता ते राज किया पंजाब दे विच 7 ਤੋਂ 17 तक। आम आदमी पार्टी तुहाडे वाले पासे भी उंगल चुकती है। शुक्ला जी, मैं तो पहला सब तो संघेड़ा साहब नूं कहूंगा कि वो एक इस फोबियो चों निकले आउण कि हुण ओपोजिशन नहीं गए, हुण वो सरकार चला रही धिर है। थोड़ी जी जिम्मेवारी नाल गल करनी चाहिए ते गल करन तों पहलां गल दी असलीयत पता होनी चाहिए है। महकमा मैडिकल कॉलेज का मिनिस्टर फॉर मैडिकल एजुकेशन एंड रिसर्च कोल हुंदा है। बड़ा मैनूं संघेड़ा साहब, क्योंकि मेरे भरा ने, मैं इन्हां नूं कोई कहना नहीं चाहुंदा, पर इन्हां दी कहण ते तरस आया मैनूं कि किन्नी लिटल नॉलेज है इन्हां नूं। कहंदे पहला मंत्री कदे कोई गया नहीं, साडा बब्बर शेर गया। मैं 1997 च मैडिकल एजुकेशन का मिनिस्टर सी। मैं विजिट किया पटियाला मैडिकल कॉलेज, मैं विजिट किया गुरु गोबिंद सिंह कॉलेज, मैं विजिट किया अमृतसर कॉलेज। इट इज़ ए मैटर ऑफ रिकॉर्ड। इन्हां नूं पुछो कि जब मैं पटियाले विजिट किया सी तां उत्थे दी सीटी स्कैन सी खराब सी ते मैं इनकुआयरी की नुकसा। कहते जी इसकी ट्यूब खराब है, 19 लाख की पैनी है, ते 19 लाख रुपया सानू पिछली सरकार ने 2.5 साल हो गए नहीं भेजा जी। ओदा फिर हल मैं उत्थे प्रिंसीपल की हद तक करदा जब पैसा सरकार नहीं भेज रही ते ट्रीटमेंट पेशेंट ही ना होवे। मैं मैडिकल कॉलेजेस लई NRI 32 सीटां तैयार करके फंड क्रिएट किया, जिहड़ा NRI 32 सीटां दा फंड एमरजेंसी नैसेसिटीज नूं मीट करने लई कीता सी, जिहड़ा अज तक जारी है जी। दूसरी गल मैं संघेड़ा साहब नूं इह कहना चाहुंदा कि मंत्री जी नूं कहो, मंत्री जी प्रोटोकॉल हुंदा है, हस्पताल विजिट करना या मंत्री दा किते विजिट करना विआह च भंगड़ा पाउणा नहीं हुंदा। अज तो कुछ दिन पहला मंत्री जी गए एक हॉस्पिटल विजिट कीते। ਉਹ ਵਿਜ਼ਿਟ ਦੇ ਪਹਿਲਾਂ ਹਸਪੀਟਲ ਦੇ ਜਿੱਥੇ ਐਂਟਰ ਕਰ ਰਹੇ ਆ ਉੱਥੇ ਲਿਖਿਆ ਹੋਇਆ ਹੈਗਾ ਡਿਲੀਵਰੀ ਰੂਮ, ਜਿੱਥੇ ਬੱਚਿਆਂ ਨੂੰ ਜਨਮ ਦਿੱਤਾ ਜਾਂਦਾ, ਡਿਲੀਵਰੀ ਕੀਤੀ ਜਾਂਦੀ ਹੈ। ਬਿਲਕੁਲ ਲੇਬਰ ਰੂਮ ਤੇ ਮੰਤਰੀ ਜੀ ਆਪਣੇ ਗਨਮੈਨਾਂ ਨਾਲ, ਆਪਣੀ ਪਾਰਟੀ ਦੇ ਵਰਕਰਾਂ ਨਾਲ ਠਾਠਾ ਕਰਦੇ ਉੱਥੇ ਜਾ ਰਹੇ ਆ। ਪਹਿਲਾਂ ਇੰਨਾ ਕੁ ਸਮਝ ਚਾਹੀਦੀ ਹੈ ਕਿ ਹਸਪੀਟਲ ਇੱਕ ਇਹੋ ਜਿਹੀ ਥਾਂ ਹੈਗੀ ਹੈ ਜਿੱਥੇ ਇਨਫੈਕਸ਼ਨ ਦੇ ਚਾਂਸਸ ਪੇਸ਼ੈਂਟਸ ਨੂੰ ਤੇ ਪੇਸ਼ੈਂਟਸ ਤੋਂ ਜਾਣ ਵਾਲਿਆਂ ਨੂੰ ਹੋ ਸਕਦੇ ਆ। ਉੱਥੇ ਆ ਫੌਜ ਕਾਹਦੀ ਲੈ ਕੇ ਜਾ ਰਹੇ ਆ? ਕੀ ਡਰਾਮਾ ਕਰਨ ਦੇ? ਡਰਾਮਾ ਪੋਲਿਟਿਕਸ ਛੱਡ ਦੋ, ਹੁਣ ਤੁਸੀਂ ਸਰਕਾਰ ਚੋਂ, ਹੁਣ ਆਪੋਜੀਸ਼ਨ ਚ ਨਹੀਂ ਗਏ। ਇਹ ਜਾਣਾ ਸੀ DRME ਨਾਲ ਹੁੰਦਾ। ਜੇ ਤੁਸੀਂ ਇੱਕ ਮੈਨੂੰ ਗੱਲ ਦੱਸੋ, ਸੰਘੇੜਾ ਸਾਹਿਬ ਨੂੰ ਪੁੱਛਣਾ ਸ਼ੁਕਲਾ ਜੀ ਕਿ ਆਹ ਦਿਖਾ ਕੇ ਆਮ ਆਦਮੀ ਕਲੀਨਿਕ, ਆਮ ਆਦਮੀ ਪਹਿਲਾਂ ਤਾਂ ਉਹ ਜਿਹੜਾ ਸੀਗਾ ਨਾ, ਜਿਹੜਾ ਕਲੀਨਿਕ ਦਾ ਨਾਮ ਬਦਲਦਾ ਆਮ ਆਦਮੀ ਕਲੀਨਿਕ ਆ, ਤਾਂ ਉਹਦੇ ਚ ਮਤਲਬ ਖਾਸ ਕੋਈ ਜਾ ਹੀ ਨਹੀਂ ਸਕਦਾ। ਦੂਸਰਾ ਉੱਥੇ ਮੁਹੱਲਾ ਕਲੀਨਿਕ ਤੋਂ ਆਮ ਆਦਮੀ ਬਦਲਦਾ। ਚਲੋ ਇਹਨਾਂ ਨੂੰ ਤਸੱਲੀ ਹੁੰਦੀ ਹੈ, ਕੰਮ ਕੀਤਾ ਤਸੱਲੀ ਹੋਣੀ ਆ, ਥੁੱਕੀ ਵੜੇ ਨਹੀਂ ਪਕੜੇ। ਦੂਸਰੀ ਇਹਨਾਂ ਨੂੰ ਗੱਲ ਪੁੱਛੋ ਕਿ ਉੱਥੇ ਤੁਸੀਂ 20 ਲੱਖ ਲਾ ਕੇ ਡਰਾਮਾ ਕਰਨ ਲੱਗੇ ਹੋ ਤੇ ਤੁਸੀਂ ਆਹ 4 ਮਹੀਨੇ ਚ ਆਹ ਕਸ਼ਟ ਕਰ ਲੈਂਦੇ, ਇਹਨਾਂ ਨੂੰ ਮੈਟ੍ਰਿਸਿਸ ਦੇ ਪੈਸੇ ਭੇਜ ਦਿੰਦੇ। 4 ਮਹੀਨੇ ਆਪਾਂ ਕਿਉਂ ਸੁੱਤੇ ਰਹੇ? ਤੁਸੀਂ ਉਸ ਬੰਦੇ ਨੂੰ ਸਰਬ ਕਰ ਰਹੇ ਹੋ ਜਿਹੜਾ ਅਸੈਟ ਹੈ, ਲਾਇਬਿਲਿਟੀ ਨਹੀਂ। ਅਕਾਲੀ ਦਲ ਦੀ ਸਰਕਾਰ ਵੇਲੇ ਦਾ ਲਾਇਆ ਹੋਇਆ। ਮੈਂ ਇੱਕ ਸ਼ੁਕਲਾ ਜੀ ਆਪਣਾ ਸੰਘੇੜਾ ਸਾਹਿਬ ਦੀ ਗਿਆਨ ਲਈ ਇਹ ਵੀ ਦੱਸ ਦੇਣਾ ਕਿ ਫਰੀਦਕੋਟ ਕਿਉਂਕਿ ਮੇਨ ਲਾਈਨ ਤੇ ਨਹੀਂ ਸੀ, ਜਦ ਅਸੀਂ ਯੂਨੀਵਰਸਿਟੀ ਬਣਾਈ ਉਦੋਂ ਮੈਂ ਮੰਤਰੀ ਸੀ, ਇਹਦਾ ਬਿੱਲ ਮੈਂ ਪਾਇਲਟ ਕੀਤਾ ਸੀ ਅਸੈਂਬਲੀ ਚ। ਉਦੋਂ ਬਾਦਲ ਸਾਹਿਬ ਨੇ ਇਹਦਾ ਨੀਂਹ ਪੱਥਰ ਧਰਿਆ ਸੀ, ਫਰੀਦਕੋਟ ਚ ਬਣਾਈ। ਉਦੋਂ ਸਾਨੂੰ ਫਸਟ ਵਾਈਸ ਚਾਂਸਲਰ ਰਿਕੁਐਸਟ ਕਰਕੇ ਮਿਸਟਰ ਲਵਤਾਰ ਸਿੰਘ ਚਾਵਲਾ ਲਾਇਆ। ਉਸ ਤੋਂ ਬਾਅਦ ਅਸੀਂ PGI ਦਾ ਐਕਸ ਡਾਕਟਰ ਗਿਲ ਐਮੀਨੈਂਟ ਆਰਥੋਪੈਡਿਸ਼ਨ ਲਾਇਆ। ਉਸ ਤੋਂ ਬਾਅਦ ਰਾਜ ਬਹਾਦਰ ਜੀ ਨੂੰ ਰਿਕੁਐਸਟ ਕਰਕੇ ਲਾਇਆ। ਇਹਨਾਂ ਦੀ ਐਮੀਨੈਂਸ ਕਰਕੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਤਾਂ ਇਹਨਾਂ ਨੂੰ ਚੇਂਜ ਨਹੀਂ ਕੀਤਾ ਜੀ। ਤੇ ਇਹ ਸੰਘੇੜਾ ਸਾਹਿਬ ਆਪ ਅਫਸਰ ਹੈ, ਇਹਨਾਂ ਨੂੰ ਕੋਈ ਜ਼ਲੀਲ ਕਰਦਾ ਟੋਲਰੇਟ ਕਰਨਗੇ? ਆਈ ਥਿੰਕ ਡਾਕਟਰ ਰਾਜ ਬਹਾਦਰ ਹੈਜ਼ ਡਨ ਵਨ ਥਿੰਗ ਰੋਂਗ। ਹੀ ਸ਼ੁਡ ਨਾਟ ਹੈਵ ਅਕੰਪਨੀਡ ਦੀ ਮਿਨਿਸਟਰ ਕਿ ਜਦੋਂ ਮੇਲਾ ਨਾਲ ਲਈ ਫਿਰਦੇ ਆ ਨਾ ਡਰਾਮਾ ਕਰਨ ਲਈ ਕਿ 10 ਬੰਦੇ ਨਾਲ ਫਿਰ ਵੀਡੀਓ ਬਣਦੀ ਆ ਨਾਲ ਗਨਮੈਨ। ਆਈ ਸ਼ੁਡ ਹੈਵ ਸੈਡ ਜੈਂਟਲਮੈਨ ਯੂ ਆਰ ਮਾਈ ਮਿਨਿਸਟਰ, ਪਰ ਜੇ ਤੁਸੀਂ ਇਨਸਪੈਕਸ਼ਨ ਕਰਨੀ ਆ ਮੈਂ ਚੱਲੂ, ਮੈਡੀਕਲ ਸਬਜੈਕਟ ਚੱਲੂ, ਨਾਲ ਡਾਕਟਰ ਚੱਲਣਗੇ। ਇਹ ਹੁਣ ਇਹ ਜੁਮਲਾਬਾਜੀ ਤੋਂ ਹਟ ਜਾਓ। ਇਸ ਵੇਲੇ ਇਸ਼ੂ ਪੰਜਾਬ ਦੀ ਹੈ। ਠੀਕ ਹੈ। ਅੱਜ ਜਿੰਨਾ ਕੁ ਲੋਕ ਤੁਹਾਨੂੰ ਅੱਖਾਂ ਤੇ ਚੁੱਕਦੇ ਸੀ ਨਾ, ਅੱਜ ਦੇ ਆਰ ਫੀਲਿੰਗ ਹਿਊਮਿਲੇਟਡ, ਇਨਸਲਟਡ
ਕਿ ਆਹ ਲੋਕਾਂ ਨੂੰ ਅਸੀਂ ਰਾਜ ਦਿੱਤਾ ਜਿਨ੍ਹਾਂ ਨੂੰ ਤਮੀਜ਼ ਵੀ ਨਹੀਂ ਬੇਸਿਕ। ਚਲੋ ਮੈਂ ਜਵਾਬ ਲੈ ਲਵਾਂ ਸਰ ਇੱਕ ਵਾਰ, ਮੈਂ ਇੱਕ ਵਾਰੀ ਜਵਾਬ ਲੈ ਲਵਾਂ। ਖੜਿਆਲ ਸਾਹਿਬ ਮੈਂ ਤੁਹਾਡੇ ਕੋਲ ਆਵਾਂਗਾ, ਬੇਦੀ ਸਾਹਿਬ, ਡਾਕਟਰ ਸਾਹਿਬ ਮੈਂ ਤੁਹਾਡੇ ਕੋਲ ਵੀ ਆਉਣਾ, ਪਰ ਸੰਘੇੜਾ ਸਾਹਿਬ ਇੱਕ ਵਾਰੀ ਦੋਵਾਂ ਦਾ ਆਨਸਰ ਦੇ ਦਿਓ ਬੀਜੇਪੀ ਤੇ ਅਕਾਲੀ ਦਲ ਦੇ ਵੱਲੋਂ। ਦੇਖੋ ਇੱਕ ਚੀਜ਼ ਤਾਂ ਬੜੀ ਕਲੀਅਰ ਹੈ ਕਿ ਪ੍ਰੋਟੋਕੋਲਸ ਹੁੰਦੇ ਨੇ, ਇੱਕ ਚੀਜ਼ ਬਹੁਤ ਕਲੀਅਰ ਹੈ ਕਿ ਜੇਕਰ ਕੋਈ ਐਕਸ਼ਨ ਕੀਤਾ ਜਾ ਰਿਹਾ ਤਾਂ ਉਸ ਦਾ ਵੀ ਇੱਕ ਪ੍ਰੋਸੈਸ ਹੁੰਦਾ ਹੈ, ਤਾਂ ਉਸ ਨੂੰ ਲੈ ਕੇ ਤਾਂ ਸਵਾਲ ਉੱਠਣਗੇ। ਸੰਘੇੜਾ ਸਾਹਿਬ। ਗੌਰਵ ਸ਼ੁਕਲਾ ਜੀ, ਮੈਂ ਤਾਂ ਇੱਕ ਗੱਲ ਤੋਂ ਹੈਰਾਨ ਹੈ ਵੀ ਇਹ ਸਾਰਾ ਫੋਕਸ ਉਸ ਗੱਲ ਤੇ ਕਰੀ ਜਾ ਰਹੇ ਆ ਜਿਹੜੀ ਮੈਂ ਗੱਲ ਕਹੀ ਆ ਵੀ ਕੰਮ ਕਰਦਿਆਂ ਕਈ ਵਾਰੀ ਤਕਰਾਰ ਵੀ ਹੋ ਜਾਂਦਾ। ਜਦੋਂ ਮੇਰੇ ਮੁੱਖ ਮੰਤਰੀ ਸਾਹਿਬ ਨੇ ਕਹਿਤਾ ਉਹਦੇ ਬਾਰੇ ਮੈਨੂੰ ਹੋਰ ਕਹਿਣ ਦੀ ਕੀ ਲੋੜ ਆ ਵੀ ਇਹਨੂੰ ਬੈਟਰ ਤਰੀਕੇ ਨਾਲ ਵੀ ਨਜਿੱਠਿਆ ਜਾ ਸਕਦਾ ਸੀ। ਮੈਂ ਕਾਲੀਆ ਸਾਹਿਬ ਨੂੰ ਪੁੱਛਣਾ ਚਾਹੁੰਦਾ ਆ, ਮੇਰੇ ਸ਼ਹਿਰ ਦੇ ਬੜੇ ਸਤਿਕਾਰਯੋਗ ਨੇ ਜਲੰਧਰ ਦੇ ਇਹ, ਮੈਂ ਤਾਂ ਇਹਨਾਂ ਤੇ ਕੋਈ ਨਿੱਜੀ ਇਲਜ਼ਾਮ ਨਹੀਂ ਲਾਇਆ। ਕਾਲੀਆ ਸਾਹਿਬ ਜੇ ਤੁਸੀਂ ਇੱਕ ਹਸਪੀਟਲ ਠੀਕ ਕਰਤਾ, ਮੈਂ ਤਾਂ ਸਾਰੇ ਸਿਸਟਮ ਦੇ ਨਿਗਾਰ ਦੀ ਗੱਲ ਕੀਤੀ ਆ। ਉੱਥੇ ਜਿਹੜਾ ਗੱਦਾ ਪਿਆ ਸੀ ਉਹ ਸਿੰਬੋਲਿਕ ਸਿਸਟਮ ਦੇ ਨਿਗਾਰ ਨੂੰ ਚੀਕਾਂ ਮਾਰ-ਮਾਰ ਕੇ ਦੱਸ ਰਿਹਾ ਆ। ਇਹ ਸਿਸਟਮ ਜਿਹੜਾ ਸਰਕਾਰੀ ਸਿਹਤ ਸਿਸਟਮ ਤਹਿਸ ਨਹਿਸ ਕਰਕੇ ਪ੍ਰਾਈਵੇਟ ਹਸਪੀਟਲ ਉਸਰੇ ਆ, ਠੀਕ ਆ, ਉਹ ਨਾ ਪੈਰਲਲ ਵੀ ਉਸਰ ਸਕਦੇ ਸੀਗੇ ਤੇ ਇਹ ਸਰਕਾਰੀ ਸਿਸਟਮ ਦਾ ਕਿੱਦਾਂ ਤਹਿਸ ਨਹਿਸ ਹੋਇਆ। ਤੇ ਗਰੇਵਾਲ ਸਾਹਿਬ ਮੇਰੇ ਤੇ ਤਰਸ ਕਰਨ ਲੱਗ ਗਏ, ਹੋਰ ਗੱਲਾਂ ਇਸ ਤਰ੍ਹਾਂ ਦੀਆਂ ਵੱਡੀਆਂ ਮਤਲਬ ਬਣਾ ਕੇ ਕਰਨ ਲੱਗੇ। ਗਰੇਵਾਲ ਸਾਹਿਬ ਤੁਸੀਂ ਵੀ ਇੱਕ ਮਸ਼ੀਨ ਕਹਿੰਦੇ ਆ, ਇੱਕ ਮੈਂ ਫੜ ਲਈ ਸੀ ਜਿਹੜੀ ਖਰਾਬ ਹੋ ਗਈ। ਮੈਂ ਸਿਸਟਮ ਦੀ ਗੱਲ ਕਰ ਰਿਹਾ ਗਰੇਵਾਲ ਸਾਹਿਬ, ਮੈਂ ਵੀ ਤੁਹਾਡਾ ਬਹੁਤ ਸਤਿਕਾਰ ਕਰਦਾ ਆ। ਤੁਸੀਂ ਮੈਨੂੰ ਇਹ ਦੱਸੋ ਇਹ ਸਿਸਟਮ ਇੱਥੇ ਤੱਕ ਕਿਹਨਾਂ ਨੇ ਪਹੁੰਚਾਇਆ? ਜੇ ਅਸੀਂ ਮੁਹੱਲਾ ਕਲੀਨਿਕ ਖੋਲਣ ਦੀ ਗੱਲ ਕਰਦੇ ਆ, ਉਹਦੀ ਦਿੱਕਤ ਹੈ ਤੁਹਾਨੂੰ ਬੜੀ ਪ੍ਰੋਬਲਮ ਆਉਂਦੀ ਆ, ਤੁਹਾਡੇ ਪ੍ਰਧਾਨ ਸਾਹਿਬ ਤੱਕ ਬੋਲਦੇ ਆ। ਜੇ ਅਸੀਂ ਆ ਹਸਪੀਟਲ ਤੇ ਜਾਂ ਸਿਸਟਮ ਨੂੰ ਸੁਧਾਰ ਕਰਨ ਦੀ ਗੱਲ ਕਰਦੇ ਆ ਤੇ ਤੁਹਾਨੂੰ ਉਹਦੇ ਤੇ ਜੇ ਸਾਡਾ ਮੰਤਰੀ, ਠੀਕ ਹੈ ਮੈਂ ਸਮਝ ਰਿਹਾ ਜਿਹੜਾ ਤੁਸੀਂ ਸੰਘੇੜਾ ਸਾਹਿਬ ਤੁਸੀਂ ਪੁਆਇੰਟ ਕਰ ਰਹੇ ਹੋ, ਬਹੁਤ ਵਧੀਆ। ਹਾਂ ਨਹੀਂ ਠੀਕ ਹੈ, ਇਹਨਾਂ ਨੇ ਵੀ ਬੋਲਣਾ ਹੁਣ ਤੁਹਾਡਾ ਨੇ ਵੀ। ਹਾਂ ਇਸ ਪੂਰੇ ਮਾਮਲੇ ਦੇ ਵਿੱਚ ਦੋ ਚੀਜ਼ਾਂ ਨੇ ਕਰ ਗਿਆ, ਉਹ ਵੀ ਕੋਵਿਡ-19 ਦੇ ਵਿੱਚ। ਮੈਂ ਬਾਕੀ ਮਹਿਮਾਨਾਂ ਨੂੰ ਵੀ ਐਡ ਕਰ ਲਵਾਂ ਇੱਕ ਵਾਰੀ, ਮੈਂ ਬਾਕੀ ਜੀ ਉਹਨਾਂ ਦਵਾਈਆਂ 'ਚ ਘੁਟਾਲਾ ਕਰ ਗਿਆ। ਸਾਡੇ ਕਿਸੇ ਤੇ ਇਲਜ਼ਾਮ ਤਾਂ ਲਾਓ ਨਾ। ਅਸੀਂ ਜੇ ਇੱਕ ਮੰਤਰੀ ਮੈਂ ਤੁਹਾਡੇ ਕੋਲ ਆਉਣਾ ਵਾਪਸ ਆਉਣਾ ਇੱਕ ਵਾਰੀ। ਮੈਂ ਸਾਰੇ ਮਹਿਮਾਨਾਂ ਨੂੰ ਐਡ ਕਰ ਲਵਾਂ, ਬਹੁਤ ਟਾਈਮ ਹੋ ਰਿਹਾ। ਖੜਿਆਲ ਸਾਹਿਬ ਬਹੁਤ ਦੇਰ ਦੇ ਇੰਤਜ਼ਾਰ ਕਰ ਰਹੇ ਨੇ। ਤੁਸੀਂ ਦੋਵੇਂ ਚੀਜ਼ਾਂ ਨੂੰ ਸੰਘੇੜਾ ਸਾਹਿਬ ਅਲੱਗ-ਅਲੱਗ ਦੇਖ ਰਹੇ ਹੋ ਕਿ ਇੱਕ ਉੱਥੇ ਤਕਰਾਰ ਹੋਈ ਹੈ ਤੇ ਦੂਜਾ ਉੱਥੇ ਜਿਹੜਾ ਗੱਦੇ ਖਰਾਬ ਸੀ ਜਾਂ ਜੋ ਵੀ ਇਕਵਿਪਮੈਂਟ ਖਰਾਬ ਸੀ। ਤੁਸੀਂ ਦੋਵਾਂ ਨੂੰ ਅਲੱਗ-ਅਲੱਗ ਦੇਖ ਰਹੇ ਹੋ ਕਿ ਠੀਕ ਹੈ ਉਹ ਤਕਰਾਰ ਹੋ ਗਈ, ਪਰ ਜੇਕਰ ਉੱਥੇ ਗੱਦੇ ਖਰਾਬ ਨੇ ਜਾਂ ਕੋਈ ਵੀ ਸਿਸਟਮ ਖਰਾਬ ਹੈ ਤਾਂ ਉਹ 4 ਮਹੀਨੇ ਦੇ ਵਿੱਚ ਨਹੀਂ ਹੋਇਆ। ਆਮ ਰਾਈਟ? ਤੁਸੀਂ ਇਹੀ ਕਹਿਣਾ ਚਾਹ ਰਹੇ ਹੋ? ਹਾਂ ਬਿਲਕੁਲ, ਉਧਰ ਨੂੰ ਚੱਲੇ ਹੋਏ ਆ ਅਸੀਂ। ਓਵਰਆਲ ਸਿਸਟਮ ਠੀਕ ਕਰਨਾ ਹੈ, ਠੀਕ ਹੈ, ਪੁਆਇੰਟ ਹੈ, ਵੈਲਿਡ ਹੈ, ਕਰਕੇ ਦਿਖਾਵਾਂਗੇ। ਮੈਂ ਖੜਿਆਲ ਸਾਹਿਬ ਨੂੰ ਐਡ ਕਰਦਾ। ਖੜਿਆਲ ਸਾਹਿਬ 5 ਸਾਲ ਸਰਕਾਰ ਰਹੀ ਹੈ ਸਰ ਤੁਹਾਡੀ, ਤਾਂ ਦੇਖੋ ਬਹੁਤ ਸਾਰੇ ਸਵਾਲ ਤੁਹਾਡੇ ਤੋਂ ਇਸ ਸਮੇਂ ਇਸ ਕਰਕੇ ਪੁੱਛਣੇ ਜ਼ਰੂਰੀ ਨੇ ਕਿ ਇਹ ਗੱਦੇ 4 ਮਹੀਨੇ ਦੇ ਵਿੱਚ ਖਰਾਬ ਨਹੀਂ ਹੋਏ, ਇਹ ਗੱਦੇ 4 ਮਹੀਨੇ ਦੇ ਵਿੱਚ ਬਦਲੇ ਨਹੀਂ ਗਏ। ਇੱਕ ਸਵਾਲ ਜ਼ਰੂਰ ਹੈ, ਪਰ 9 ਮਹੀਨੇ ਵਾਲਾ ਜਿਹੜਾ ਪੂਰਾ ਰਾਜ ਬਹਾਦਰ ਸਰ ਨੇ ਸਮਝਾ ਦਿੱਤਾ, ਡਾਕਟਰ ਸਾਹਿਬ ਨੇ, ਉਹ ਤੁਹਾਡੇ ਵਾਲੇ ਪਾਸੇ ਵੀ ਜਾਂਦਾ ਹੈ ਕਿ ਤੁਹਾਡੀ ਸਰਕਾਰ ਸੀ 9 ਮਹੀਨੇ ਲੱਗਦੇ ਸੀ ਇੱਕ ਪੈਨਸਲ ਖਰੀਦਣ ਨੂੰ। ਨੰਬਰ 1 ਗੌਰਵ ਜੀ, ਜਿਹੜਾ 10,000 ਕਰੋੜ ਦਾ ਆਮ ਆਦਮੀ ਪਾਰਟੀ ਨੇ ਲੋਨ ਲਿਆ ਨਾ, ਇਹ ਤਾਂ 4 ਮਹੀਨੇ ਹੋਈ ਹੈ। ਲੋਨ ਲੈਣ ਦੀ ਕੀ ਲੋੜ ਸੀ? ਤੇ ਜੇ ਲੈ ਲਿਆ ਉਹਦਾ ਘੱਟੋ ਘੱਟ 10% ਜਿਹੜਾ ਮੈਡੀਕਲ ਹਸਪੀਟਲਸ ਨੂੰ ਦੇ ਦਿੰਦੇ, ਚੰਗੇ ਬੈੱਡ ਹੋ ਜਾਂਦੇ, ਚੰਗੇ ਇਨਫਰਾਸਟ੍ਰਕਚਰ ਹੋ ਜਾਂਦਾ। ਲੇਕਿਨ ਆਮ ਆਦਮੀ ਪਾਰਟੀ ਨੇ ਪ੍ਰਾਇੋਰਟੀ ਬਣਾਇਆ ਨਹੀਂ ਉਸ ਚੀਜ਼ ਨੂੰ। ਦੂਜੀ ਗੱਲ, ਇੱਕ ਡਾਕਟਰ, ਇਹਨਾਂ ਨੇ ਜਿਹੜੇ ਵੀਸੀ ਸਾਹਿਬ ਨੇ, ਬਹਾਦਰ ਸਾਹਿਬ ਨੇ, ਉਹਨਾਂ ਨੇ ਵੀ ਕਿਹਾ ਕਿ ਬਿਫੋਰ ਬੀਇੰਗ ਐਨ ਐਡਮਿਨਿਸਟ੍ਰੇਟਰ ਮੈਂ ਇੱਕ ਡਾਕਟਰ ਹਾਂ ਤੇ ਡਾਕਟਰਸ ਰਿਸਪੈਕਟ ਡਿਜ਼ਰਵ ਕਰਦੇ। ਉਹਨਾਂ ਨੇ ਕੋਵਿਡ ਦੇ ਵਿੱਚ ਕੀ ਕੀਤਾ ਹੈ, ਉਹਦੇ ਬਾਵਜੂਦ ਉਹਨਾਂ ਨੂੰ ਜ਼ਲੀਲ ਕੀਤਾ ਗਿਆ ਉਹਨਾਂ ਦੇ ਜੂਨੀਅਰਸ ਦੇ ਮੂਹਰੇ। ਉਹ ਤੋਂ ਬਾਅਦ ਉਹਨਾਂ ਨਾਲ ਧੱਕਾ ਕੀਤਾ, ਉਹਨਾਂ ਨਾਲ ਰੂਡ ਬਿਹੇਵੀਅਰ ਕੀਤਾ, ਬੈੱਡ ਤੇ ਪਾਇਆ ਤੇ ਉਹ ਤੋਂ ਬਾਅਦ ਉਹ ਵੀਡੀਓ ਜਿਹੜੀ ਉਹਨਾਂ ਦੇ ਘਰਦਿਆਂ ਨੇ ਵੀ ਦੇਖੀ, ਉਹ ਰਿਸ਼ਤੇਦਾਰਾਂ ਨੇ, ਪਰਿਵਾਰ ਨੇ ਦੇਖੀ, ਕੀ ਬੀਤੀ ਹੋਣਾ ਤੇ। ਉਹ ਵਿਅਕਤੀ ਜੋ ਸੈਟਰਡੇ ਸੰਡੇਜ਼ ਨੂੰ ਵੀ ਕੰਮ ਕਰਦਾ ਹੈ, ਇਹ ਇਨਸੀਡੈਂਟ ਦੇ ਬਾਵਜੂਦ ਉਹ ਅੱਜ ਸੈਟਰਡੇ ਨੂੰ ਮੋਹਾਲੀ ਦੇ ਵਿੱਚ ਹਸਪੀਟਲ ਦੇ ਵਿੱਚ ਸਰਜਰੀਜ਼ ਕਰ ਰਹੇ ਸੀ ਕਿਉਂਕਿ ਡਿਊਟੀ ਹੈ ਉਹਨਾਂ ਦੀ। ਉਹਨਾਂ ਨਾਲ ਤੁਸੀਂ ਇਹ ਵਿਵਹਾਰ ਕਰੋ ਤੇ ਮੈਨੂੰ ਲੱਗਦਾ ਇਟ ਇਜ਼ ਅਨਐਕਸੈਪਟੇਬਲ। ਤੇ ਸਿਰਫ ਅਸੀਂ ਨਹੀਂ, ਇਹਨਾਂ ਦੇ ਆਪਦੇ ਮਿਨਿਸਟਰ ਮਿਸਟਰ ਫੌਜਾ ਸਿੰਘ ਨੇ ਕਿਹਾ ਹੈ ਕਿ ਇਹ ਨਹੀਂ ਹੋਣਾ ਚਾਹੀਦਾ ਸੀਗਾ। ਤੁਹਾਡੇ ਆਪਦੇ ਮਿਨਿਸਟਰ ਕਹਿ ਰਹੇ ਹੈ ਕਿ ਇਹ ਮਿਨਿਸਟਰ ਨੇ ਗਲਤ ਕੀਤਾ, ਸਾਨੂੰ ਤਾਂ ਕਹਿਣ ਦੀ ਲੋੜ ਨਹੀਂ। ਅੱਛਾ, ਉਹ ਤੋਂ ਬਾਅਦ ਜਿਹੜਾ ਆਮ ਆਦਮੀ ਪਾਰਟੀ ਲੌਜਿਕ ਦੇ ਰਹੀ ਹੈ ਵੀ ਵੀਸੀ ਸਾਹਿਬ ਦੀ ਜ਼ਿੰਮੇਵਾਰੀ ਸੀਗੀ, ਉਹਨਾਂ ਨੂੰ ਬੈੱਡ ਸਹੀ ਲਵਾਉਣਾ ਚਾਹੀਦਾ ਸੀਗਾ। ਇਹੀ ਲੌਜਿਕ ਨਾਲ ਜੇ ਚੱਲੀਏ, ਤੁਹਾਡੇ ਹੈਲਥ ਮਿਨਿਸਟਰ ਨੇ ਗਲਤੀ ਕੀਤੀ ਹੈ, ਰਿਜ਼ਾਈਨ ਫਿਰ ਤੁਹਾਡੇ ਸੀਐਮ ਸਾਹਿਬ ਨੂੰ ਕਰਨਾ ਚਾਹੀਦਾ ਹੈ। ਜਿਹੜਾ ਲੌਜਿਕ ਤੁਸੀਂ ਦੇ ਰਹੇ ਹੋ ਵੀਸੀ ਲਈ, ਉਹ ਤੁਹਾਡੇ ਤੇ ਆਪਦੇ ਤੇ ਵੀ ਇੰਪਲੀਮੈਂਟ ਹੁੰਦਾ ਹੈ। 2 ਭਗਵੰਤ ਮਾਨ ਸਾਹਿਬ ਨੂੰ ਕੋਈ ਵੀ ਰੈਜ਼ਿਗਨੇਸ਼ਨ ਦੇਣ। ਚੌਥੀ ਗੱਲ, ਇੰਡੀਅਨ ਆਰਥੋਪੈਡਿਕ ਐਸੋਸੀਏਸ਼ਨ ਨੇ ਗੌਰਵ ਜੀ ਪਤਾ ਕੀ ਗੱਲ ਕੀ ਹੈ, ਕਹਿੰਦੇ ਅਸੀਂ ਪ੍ਰੈਸ਼ਰ ਦੇ ਅੰਡਰ ਹੈ ਪੋਲੀਟੀਕਲ ਐਡਮਿਨਿਸਟ੍ਰੇਟਰਸ ਦੇ ਥਰੂ। ਸਾਨੂੰ ਉਹ ਲੋਕਾਂ ਨੂੰ ਪਾਵਰ ਮਿਲ ਚੁੱਕੀ ਹੈ, ਉਹ ਲੋਕਾਂ ਨੂੰ ਜਿਹੜੇ ਡਿਜ਼ਰਵ ਨਹੀਂ ਕਰਦੇ ਤੇ ਜਿਹੜੇ ਪਾਵਰ ਮਿਲ ਗਈ ਤੇ ਵੋਮਿਟ ਕਰ ਦਿੰਦੇ ਆ। ਇਹ ਵੀ ਗੱਲ ਕਹੀ ਹੈ ਵੀ ਅੱਜ ਕਾਲਾ ਦਿਨ ਹੈ।
ਆਪਦੀ ਜ਼ਿੰਮੇਵਾਰੀ, ਕਿਉਂਕਿ ਦੇਖੋ ਪੈਸਾ ਤਾਂ ਸਰਕਾਰ ਨੇ ਦੇਣਾ ਉਹਨਾਂ ਨੂੰ, ਆਮ ਆਦਮੀ ਪਾਰਟੀ ਦਿੰਦੀ ਪੈਸਾ, ਬੈੱਡ ਚੰਗੇ ਲੱਗ ਜਾਂਦੇ। ਤੇ ਉਸ ਤੋਂ ਬਾਅਦ ਜਿਹੜੀ ਆਪਣਾ PCMS ਹੈ ਉਹਨਾਂ ਨੇ ਵੀ ਕੰਡੈਮ ਕੀਤਾ, ਐਸੋਸੀਏਸ਼ਨ ਹੈ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਵੀ ਕੰਡੈਮ ਕੀਤਾ, ਤੇ ਇੰਡੀਅਨ ਆਰਥੋਪੈਡਿਕ ਐਸੋਸੀਏਸ਼ਨ ਇਹ ਗੱਲ ਵੀ ਕਹੀ ਹੈ ਵੀ ਆਲਮੋਸਟ ਇਹ ਲੱਗਦਾ ਹੈ ਵੀ ਤਾਲਿਬਾਨ ਰੂਲਡ ਸਟੇਟ ਹੋਵੇ, ਤਾਲਿਬਾਨ ਰੂਲਡ ਸਟੇਟ ਉਹਨਾਂ ਦੇ ਵਰਡਸ ਹੈ। ਸੋ ਗੌਰਵ ਜੀ, ਆਮ ਆਦਮੀ ਪਾਰਟੀ ਮੇਕ ਸ਼ੋਰ ਕਰੇ, ਅਪੋਲੋਜੀ ਨਾਲ ਕੁਝ ਨਹੀਂ ਹੁੰਦਾ, ਤੁਸੀਂ ਰੈਜ਼ਿਗਨੇਸ਼ਨ ਜਿਹੜਾ ਰੈਜ਼ਿਗਨੇਸ਼ਨ ਦਵਾਓ ਹੈਲਥ ਮਿਨਿਸਟਰ ਦਾ। ਤੇ ਦੂਜੀ ਗੱਲ, ਇਹਨਾਂ ਨੂੰ ਮੈਂ ਇੱਕ ਗੱਲ ਪੁੱਛਦਾ, ਤੁਸੀਂ 38 ਆਲਮੋਸਟ 35-36 ਕਰੋੜ ਐਡਵਰਟਾਈਜ਼ਿੰਗ ਤੇ ਬ੍ਰਾਂਡਿੰਗ ਤੇ ਮਾਰਕੀਟਿੰਗ ਤੇ ਖਰਚਤਾ, ਉਹ ਤੁਸੀਂ ਕਿਉਂ ਨਹੀਂ ਖਰਚਦੇ ਮੈਡੀਕਲ ਚੀਜ਼ਾਂ ਲਈ? ਤੇ ਮੈਨੂੰ ਆਮ ਆਦਮੀ ਪਾਰਟੀ ਗੱਲ ਦੱਸੇ, ਤੁਹਾਡੇ ਹੈਲਥ ਮਿਨਿਸਟਰ ਕਦੋਂ ਮਾਫੀ ਮੰਗਣਗੇ? ਕਿਉਂਕਿ ਜਿਹੜਾ ਕਾਰਾ ਕੀਤਾ ਉਹਦਾ ਹੈਲਥ ਮਿਨਿਸਟਰ ਨੇ ਕੀਤਾ ਹੈ। ਭਗਵੰਤ ਮਾਨ ਸਾਹਿਬ ਜਾਂ ਤਾਂ ਰਿਜ਼ਾਈਨ ਕਰਨ ਜਾਂ ਫਿਰ ਤੁਹਾਡੇ ਹੈਲਥ ਮਿਨਿਸਟਰ ਸਾਹਿਬ ਰਿਜ਼ਾਈਨ ਕਰਨ, ਕਿਉਂਕਿ ਜੋ ਹੋਇਆ ਬਹੁਤ ਹੀ ਮੰਦਭਾਗਾ, ਬਹੁਤ ਅਨਫੋਰਚੂਨੇਟ ਹੈ। ਪਹਿਲਾਂ ਵਾਲੇ ਹੈਲਥ ਮਿਨਿਸਟਰ ਕਰਪਸ਼ਨ ਕਰ ਰਹੇ ਸੀਗੇ, ਇਹ ਵਾਲੇ ਹੈਲਥ ਮਿਨਿਸਟਰ ਐਰੋਗੈਂਟ ਬਹੁਤ ਨੇ। ਸੋ ਇਦਾਂ ਚੱਲਣਾ ਨਹੀਂ, ਇਹਨਾਂ ਨੂੰ ਦੇ ਚਲੋ ਮੈਂ ਨਾਲ ਨਾਲ ਜਵਾਬ ਲੈ ਲਵਾਂ। ਸੰਘੇੜਾ ਸਾਹਿਬ ਇਕੱਠੇ ਜਵਾਬ ਦਿਓ। ਡਾਕਟਰ RS ਬੇਦੀ ਬਹੁਤ ਦੇਰ ਦੇ ਇੰਤਜ਼ਾਰ ਕਰ ਰਹੇ ਨੇ, ਮੈਂ ਉਹਨਾਂ ਦਾ ਇੱਕ ਵਾਰੀ ਰੁਕ ਕਰ ਲਵਾਂ। ਡਾਕਟਰ ਸਾਹਿਬ, ਉਮੀਦ ਹੈ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੋਏਗੀ। ਦੇਖੋ, ਵਿਵਾਦ ਜੋ ਹੋਇਆ ਉਹ ਸਾਰੇ ਦੁਨੀਆ ਨੇ, ਪੰਜਾਬ ਨੇ ਬਹੁਤ ਹੁਣ ਤਫਸੀਲ ਦੇ ਨਾਲ ਉਸ ਨੂੰ ਦੇਖਿਆ ਔਰ ਸਮਝਿਆ ਵੀ ਹੈ। ਡਾਕਟਰ ਸਾਹਿਬ, ਸਵਾਲ ਇਹ ਹੈ ਕਿ ਜਦੋਂ ਆਪਾਂ ਕੰਮ ਕਰਦੇ ਹਾਂ, ਜੋ CM ਤਰਕ ਦੇ ਰਹੇ ਨੇ ਉਸ ਦੇ ਵਿੱਚ ਵੀ ਦਮ ਤਾਂ ਨਜ਼ਰ ਆਉਂਦਾ ਹੈ ਕਿ ਜਦੋਂ ਆਪਾਂ ਕੰਮ ਕਰਦੇ ਹਾਂ, ਆਮ ਤੌਰ ਤੇ ਘਰ ਦੇ ਵਿੱਚ ਵੀ ਕਰੀਏ ਜਾਂ ਤੁਸੀਂ ਵੀ ਆਪਣੇ ਸਟਾਫ ਦੇ ਨਾਲ ਕਰਦੇ ਹੋਵੋਗੇ, ਤਾਂ ਉੱਥੇ ਵੀ ਕਈ ਵਾਰ ਤਲਖੀਆਂ ਹੋ ਜਾਂਦੀਆਂ ਨੇ, ਤਕਰਾਰ ਹੋ ਜਾਂਦੀ ਹੈ ਕਿ ਵਾਕਈ ਹੀ ਇਹ ਇੰਨਾ ਵੱਡਾ ਮੁੱਦਾ ਲੱਗ ਰਿਹਾ ਹੈ। IMA ਇਸ ਬਾਰੇ ਕੀ ਸੋਚ ਰਿਹਾ ਹੈ? ਤੁਹਾਡੀ ਪੂਰੀ ਜਿਹੜੀ ਕਮਿਊਨਿਟੀ ਹੈ ਉਹ ਕੀ ਸੋਚ ਰਹੀ ਹੈ ਡਾਕਟਰਸ ਦੀ? ਦੇਖੋ, ਪਹਿਲੀ ਗੱਲ ਤੇ IMA ਜੋ ਵੀ ਹੋਇਆ ਇਸ ਘਟਨਾ ਦੀ ਅਸੀਂ ਕੰਡੈਮ ਕਰਦੇ ਹਾਂ, ਇਸ ਨੂੰ ਇਹ ਨਹੀਂ ਹੋਣਾ ਚਾਹੀਦਾ ਸੀਗਾ। ਔਰ ਦੂਸਰੀ ਗੱਲ, ਜਿਵੇਂ ਹੁਣ ਅਸੀਂ ਡਾਕਟਰ, ਮੈਂ ਬੈਠਾ ਹੈਗਾ, ਮੇਰੀ ਗੱਲ ਨਹੀਂ ਹੈ, ਡਾਕਟਰ ਨੂੰ ਸਭ ਤੋਂ ਅਖੀਰ 'ਚ ਸਮੇਂ ਮਿਲਿਆ ਹੈ ਔਰ ਇਹ ਹੈਲਥ ਦਾ ਵਿਸ਼ੇ ਹੈਗਾ। ਔਰ ਇਹ ਅੱਜ ਦੀ ਗੱਲ ਨਹੀਂ ਹੈ, ਅੱਜ ਤੋਂ ਕਿੰਨੇ ਸਾਲਾਂ ਤੋਂ ਸਰਕਾਰਾਂ ਬਦਲਦੀਆਂ ਵੀ ਰਹੀਆਂ ਨੇ, ਡਾਕਟਰ ਸਭ ਤੋਂ ਪਿੱਛੇ ਰਿਹਾ। ਔਰ ਜਦੋਂ ਮਾਰ ਖਾਣ ਦੀ ਵਾਰੀ ਆਉਂਦੀ ਹੈ, ਜਦੋਂ ਬਲੇਮ ਕਰਨ ਦੀ ਵਾਰੀ ਆਉਂਦੀ ਹੈ, ਉਹ ਡਾਕਟਰ ਸਾਹਮਣੇ ਕੀਤਾ ਜਾਂਦਾ ਹੈ। ਹੈਲਥ ਬਜਟ ਰਿਲੀਜ਼ ਕਰਨਾ ਸੀਗਾ, ਉਹ ਸਰਕਾਰ ਨੇ ਕਰਨਾ ਹੈ।